बिस्मिल्लाहिर्रहमानिर्रहीम, अस्सलाम वालेकुम। तमाम दोस्तों को खुशामदीद कहते हैं अपने यूट्यूब चैनल पे। आज हम आपको लेके आए हैं एक टमाटर के खेत में और आपको हम दिखाएंगे कि भाई साहब ने कौन सी एक तकनीक इस्तेमाल की हुई है। बहुत ही सादा लेकिन मुफीद किस्म की इनकी तकनीक है, जिससे पैदावार भी बहुत अच्छी है, फल भी बहुत ज़्यादा है और ग्रोथ भी इसकी बहुत अच्छी हो रही है। तो चले भाई से मालूमात लेते हैं। अस्सलाम वालेकुम। वालेकुम अस्सलाम। वीर जी क्या हाल जी, ठीक हो? अल्हम्दुलिल्लाह खैरियत है, से ठीक है अल्हम्दुलिल्लाह दा करम। ते वीर जी जरा सानू पहले अपना तारफ करा दो, अपना नाम दसो जरा मेरा वीर। मेरा नाम आमर है ते छन्नी बागियां तो मेरा तलक है। अच्छा, ते जिमीदारी करीदा है। ठीक है। ते ਤੁਹਾਡੇ ਸਾਹਮਣੇ ਇੱਕ ਟਮਾਟਰ ਦਾ ਖੇਤ ਤਿਆਰ ਕੀਤੇ ਦਾ। ठीक है। ਅਸੀਂ ਚਾਹਾਂਗੇ ਕਿ ਇਹ ਜਿਹੜਾ ਤੁਸੀਂ ਖੇਤ ਕੀਤਾ ਹੈ ਤਿਆਰ, ਮਾਸ਼ਾਅੱਲਾ ਅਸੀਂ ਇਹਨੂੰ ਵਿਜ਼ਿਟ ਕੀਤਾ ਹੈ ਔਰ ਸਾਡਾ ਦਿਲ ਬਹੁਤ ਖੁਸ਼ ਹੋਇਆ, ਬਹੁਤ ਅੱਛਾ ਫਲ ਹੈ ਤੇ ਇਸ ਤਰ੍ਹਾਂ ਦਾ ਅਸੀਂ ਸਿਹਤਮੰਦ ਟਮਾਟਰਾਂ ਦਾ ਖੇਤ ਅਜੇ ਤੱਕ ਨਹੀਂ ਦੇਖਿਆ ਤੇ ਅਸੀਂ ਇਸ ਵਾਸਤੇ ਤੁਹਾਨੂੰ ਜ਼ਹਿਮਤ ਦਿੱਤੀ ਹੈ ਕਿ ਅਸੀਂ ਇਹਦੇ ਬਾਰੇ ਚ ਚੰਦ ਸਵਾਲ ਤੁਹਾਡੇ ਕੋਲ ਪੁੱਛੀਏ ਤਾਂ ਕਿ ਸਾਡੇ ਦੋਸਤਾਂ ਕੋਲ ਪਹੁੰਚ ਜਾਣ। ਜੀ ਜੀ। ਤੇ ਸਾਨੂੰ ਅਮਰ ਭਾਈ ਜਰਾ ਦੱਸੋ ਕਿ ਇਹ ਤੁਸੀਂ ਪਨੀਰੀ ਲਗਾਈ ਹੈ ਜਾਂ ਤੁਸੀਂ ਇਹ ਬੀਜ ਲਗਾਇਆ ਡਾਇਰੈਕਟ? ਇਹ ਅਸੀਂ ਪਹਿਲੇ ਇਹਦਾ ਬੀਜ ਲਗਾਇਆ ਸੀ। ਅੱਛਾ। ਤੇ ਕੋਈ ਮਹੀਨੇ ਕੁ ਬਾਅਦ ਅਸੀਂ ਜਿਹੜਾ ਇਹਨੂੰ ਪਨੀਰੀ ਦੀ ਸ਼ਕਲ ਚ ਖੇਤ ਦੇ ਵਿੱਚ ਜਿਹੜਾ ਸੀ ਉਹ, ਯਾਨੀ ਕਿ ਪਹਿਲੇ ਮਹੀਨੇ ਦੀ ਪਨੀਰੀ ਤੁਸੀਂ ਹਾਂਜੀ ਪਹਿਲੇ ਮਹੀਨੇ ਦੀ ਜਿਹੜੀ ਪਨੀਰੀ ਹੈ ਨਾ ਉਹ ਅਸੀਂ ਆਪਣੇ ਖੇਤ ਦੇ ਵਿੱਚ ਲਗਾਈ ਸੀ। ਅੱਛਾ ਜੀ। ਤੇ ਇਹ ਸਾਨੂੰ ਦੱਸੋ ਜਰਾ ਦੋਸਤਾਂ ਨੂੰ ਕਿ ਜ਼ਮੀਨ ਦੀ ਤਿਆਰੀ ਜਿਹੜੀ ਹੈ ਇਹ ਕਿਸ ਤਰ੍ਹਾਂ ਤੁਸੀਂ ਕੀਤੀ? ਜ਼ਮੀਨ ਦੀ ਤਿਆਰੀ ਦੇਖੋ ਜੀ, ਇਹ ਫਸਲ ਜ਼ਰਾ ਥੋੜੀ ਮਿਹਨਤ ਮੰਗਦੀ ਹੈ। ਹਾਂਜੀ। ਤੇ ਇਹ ਕਿ ਜ਼ਰਾ ਦਾ ਹੱਲ ਸ਼ਲ ਕੋਈ 4-5 ਦਫਾ ਕੀਤਾ ਸੀ ਸਹੀ ਤਰ੍ਹਾਂ ਅੱਛੇ ਤਰੀਕੇ ਨਾਲ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਪਨੀਰੀ ਨੂੰ ਜਿਹੜਾ ਸੀ ਨਾ ਖੇਲਾ ਬਣਾਈਆਂ ਸਨ, ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਹਾਂਜੀ। ਕਿਉਂਕਿ ਇਹਦੀਆਂ ਖੇਲਾਂ ਜਿਹੜੀਆਂ ਟਮਾਟਰ ਖੇਤੀਆਂ ਹੁੰਦੀਆਂ ਨੇ, ਇਹ ਜ਼ਰਾ ਮੁਨਾਸਬ ਫਾਸਲੇ ਦੀ ਹੁੰਦੀਆਂ ਨੇ, ਆਮ ਖੇਲ ਨਹੀਂ ਇਹਦੀ ਹੁੰਦੀ। ਠੀਕ ਹੈ। ਇਹ ਜ਼ਰਾ ਥੋੜੀ ਮੋਟਾਈ ਚ ਰੱਖਣੇ ਪੈਂਦੀਆਂ ਨੇ, ਠੀਕ ਹੈ, ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਸੀ ਇਹਨੂੰ ਪਨੀਰੀ ਨੂੰ ਅਸੀਂ ਲਗਾਇਆ ਸੀ। ਹਾਂਜੀ। ਤੇ ਇਹਦੇ ਚ ਖੇਲਾ ਬਣਾਉਣ ਤੋਂ ਪਹਿਲੇ ਤੁਸੀਂ ਕੋਈ ਖਾਦ ਵਗੈਰਾ ਵੀ ਪਾਈ ਹੈ ਵਿੱਚ? ਖੇਲਾ ਲਾਉਣ ਤੋਂ ਪਹਿਲੇ ਜਿਹੜੀ ਖਾਦ ਹੈ ਉਹ ਤੇ ਪਾਈ ਹੈ DAP। ਠੀਕ ਹੈ। ਠੀਕ ਹੈ। ਕੋਈ ਪੋਟਾਸ਼ੀਅਮ ਤਾਂ ਨਹੀਂ ਪਾਈ? ਨਹੀਂ, ਪੋਟਾਸ਼ੀਅਮ ਵਗੈਰਾ ਤੇ ਨਹੀਂ ਪਾਈ, DAP ਖਾਦ ਪਾਈ ਸੀ। ਠੀਕ ਹੈ ਜੀ। ਤੇ ਇਹ ਫੀ ਏਕੜ ਦੀ ਕਿੰਨੀ ਖਾਦ ਤੁਸੀਂ ਪਾਉਂਦੇ ਹੋ? ਫੀ ਏਕੜ ਦੀ ਜਿਹੜੀ ਆ 1.5 ਬੋਰੀ, ਜਿਹੜੀ ਆ ਬੋਰੀ 1.5 ਬੋਰੀ, ਉਹ ਖੇਤ ਦੇ ਹਿਸਾਬ ਨਾਲ ਹੁੰਦਾ ਨਾ। ਅਗਰ ਤੁਹਾਡਾ ਖੇਤ ਜਿਹੜਾ ਉਹ ਜ਼ਰਖੇਜ਼ ਹੈ ਉਹ ਫਿਰ ਏਕੜ ਪਾ ਲਈਦਾ, ਮਤਲਬ ਬੋਰੀ ਇੱਕ ਪਾ ਲਈਦਾ। ਅਗਰ ਤੁਹਾਡਾ ਖੇਤ ਨਹੀਂ ਜ਼ਰਖੇਜ਼ ਉਹ 1.5 ਬੋਰੀ ਪਾ ਲਈਦਾ। ਉਹ ਅਸਲ 'ਚ ਬੇਸਿਕ ਜਿਹੜਾ ਹੁੰਦਾ ਨਾ ਉਹ ਤੁਹਾਡੇ ਖੇਤ ਤੇ ਅਸਰ ਅੰਦਾਜ਼ ਹੁੰਦਾ ਹੈ ਕਿ ਤੁਸੀਂ ਖੇਤ ਦਾ ਤੁਹਾਡਾ ਅਗਰ ਜ਼ੋਰ 'ਚ ਹੈ ਤੇ ਫਿਰ ਤੇ ਜ਼ਾਹਰੀ ਗੱਲ ਹੈ ਤੁਹਾਡਾ ਜ਼ਬਰਦਸਤ ਮਤਲਬ ਥੋੜੀ ਖਾਦ ਪੈਣੀ ਹੈ। ਅੱਛਾ। ਸਾਡੇ ਦੋਸਤਾਂ ਨੂੰ ਦੱਸੋ ਤੁਸੀਂ ਕਿ ਪਨੀਰੀ ਸ਼ਿਫਟ ਕਰਨ ਤੋਂ ਬਾਅਦ ਤੁਸੀਂ ਪਾਣੀ ਕਿੰਨੇ ਦਿਨਾਂ ਬਾਅਦ ਦਿੱਤਾ ਹੈ? ਪਨੀਰੀ ਸ਼ਿਫਟ ਕਰਨ ਤੋਂ ਬਾਅਦ ਜਿਹੜਾ ਸੀ ਉਹ ਤੇ ਜਿਹੜਾ ਸੀ ਉਸੇ ਟਾਈਮ ਇਹਨੂੰ ਅਸੀਂ ਪਾਣੀ ਲਗਾਤਾ ਸੀ। ਉਸੇ ਟਾਈਮ ਹੀ ਜਿਹੜਾ ਸੀ ਇਹਨੂੰ ਅਸੀਂ ਤਿਆਰੀ ਦੇ ਦਿੱਤੀ ਸੀ। ਤੇ ਉਸ ਤੋਂ ਬਾਅਦ ਜਿਹੜਾ ਸੀ ਇਹਦੇ ਉੱਤੇ ਛੱਪਰ ਵਗੈਰਾ ਦਿੱਤਾ ਸੀ ਤਾਂ ਕਿ, ਕਿਉਂਕਿ ਦਸੰਬਰ ਦੇ ਵਿੱਚ ਕਾਸ਼ਤ ਜਿਹੜੀ ਸੀ ਇਹਦੀ ਕੀਤੀ ਗਈ ਸੀ, ਦਸੰਬਰ ਜਨਵਰੀ ਦੇ ਦਿਨਾਂ 'ਚ। ਇਨਸ਼ਾਅੱਲਾ ਤੁਹਾਡੇ ਕੋਲ ਸਵਾਲ ਪੁੱਛਣ ਵਾਲਾ ਸਾਂ ਕਿ ਸਾਨੂੰ ਦੱਸੋ ਜਰਾ ਕਿ ਪਨੀਰੀ ਕਿਹੜਾ ਮੌਸਮ ਜੇ ਪਨੀਰੀ ਉਗਾਉਣ ਦਾ? ਇਹ ਪਨੀਰੀ ਦਾ ਮੌਸਮ ਜਿਹੜਾ ਹੈ 9ਵਾਂ-10ਵਾਂ ਮਹੀਨਾ ਹੁੰਦਾ ਹੈ। 9ਵੇਂ ਮਹੀਨੇ 'ਚ ਜਾਂ 10ਵੇਂ ਮਹੀਨੇ 'ਚ ਲਗਾ ਕੇ ਤੇ 11ਵੇਂ ਜਾਂ 12ਵੇਂ ਮਹੀਨੇ 'ਚ ਇਹਨੂੰ ਖੇਤ ਦੇ ਵਿੱਚ ਜਿਹੜਾ ਨਾ ਉਹ ਅਸੀਂ ਸ਼ਿਫਟ ਕਰ ਛੱਡਨੇ ਆ। ਤੇ ਤਕਰੀਬਨ 1 ਮਹੀਨਾ ਜਿਹੜਾ ਇਹਦੇ ਉੱਤੇ ਛੱਪਰ ਵਗੈਰਾ ਲਗਾਈਦਾ, ਕਿਉਂਕਿ ਪਹਿਲਾ ਦੂਜਾ ਮਹੀਨਾ ਤੁਹਾਨੂੰ ਪਤਾ ਹੈ ਸਰਦੀਆਂ ਦਾ ਹੁੰਦਾ ਹੈ, ਕੱਕਰ ਵਗੈਰਾ ਪੈਣਾ ਹੁੰਦਾ, ਫਿਰ ਬੂਟੇ ਵਗੈਰਾ ਜਿਹੜੇ ਨੇ ਉਹ ਖਰਾਬ ਨਹੀਂ ਹੁੰਦੇ, ਜ਼ਰਾ ਤੰਦਰੁਸਤ ਰਹਿੰਦੇ ਨੇ। ਤੁਹਾਡਾ ਸਪਰੇਅ ਦਾ ਜਿਹੜਾ ਸ਼ਡਿਊਲ ਹੈ, ਸਪਰੇਅ ਤੁਸੀਂ ਕਿੰਨੇ ਦਿਨਾਂ ਬਾਅਦ ਸ਼ੁਰੂ ਕੀਤੀ ਔਰ ਕਿੰਨੀ ਦੇਰ ਬਾਅਦ ਕਰਦੇ ਹੋ? ਸਪਰੇਅ ਦਾ ਜਿਹੜਾ ਸ਼ਡਿਊਲ ਹੈ, ਜਦੋਂ ਹੀ ਛੱਪਰ ਉਤਾਰ ਲੈਣਾ, ਜਦੋਂ ਬੂਟੇ ਨੇ ਮਤਲਬ ਆਪਣੀ ਨਸ਼ੋਨੁਮਾ ਸਟਾਰਟ ਕਰ ਲੈਣੀ ਹੈ, ਉਹ ਫਿਰ ਅਸੀਂ ਸਾਡੇ ਜ਼ਰਾਅਤ ਵਾਲੇ ਜਿਹੜੇ ਦੋਸਤ ਨੇ ਉਹਨਾਂ ਨਾਲ ਮਸ਼ਵਰਾ ਕਰਕੇ ਤੇ ਉਹਨਾਂ ਨਾਲ ਜਿਹੜਾ ਨਾ ਅਸੀਂ ਮਤਲਬ ਅੱਗੇ ਚੱਲਣਾ ਹੁੰਦਾ ਹੈ। ਯਾਨੀ ਕਿ ਸਪਰੇਅ ਦਾ ਜਿਹੜਾ ਸ਼ਡਿਊਲ ਹੁੰਦਾ ਤਕਰੀਬਨ ਦੂਸਰੇ ਤੀਸਰੇ ਦਿਨ ਬਾਅਦ, ਮਤਲਬ ਕਿਸੇ ਟਾਈਮ ਐਸਾ ਹੁੰਦਾ ਕਿ ਡੇਲੀ ਵੀ ਸਪਰੇਅ ਕਰਨੀ ਪੈਂਦੀ ਹੈ। ਉਹਦਾ ਐਸਾ ਕਿਤਾਬ ਹੁੰਦਾ, ਬਿਮਾਰੀ ਦੇ ਹਿਸਾਬ ਨਾਲ ਹੁੰਦਾ ਜੀ। ਬਿਮਾਰੀ ਦੇ ਹਿਸਾਬ, ਕਿਹੜੀ ਬਿਮਾਰੀ ਜ਼ਿਆਦਾ ਅਟੈਕ ਕਰਦੀ ਹੈ? ਕੋਈ ਕੀੜੇ ਮਕੌੜੇ ਜਾਂ ਕੋਈ ਇਹਦੀ ਆਪਣੀ ਪੱਤਿਆਂ ਦੀ? ਜ਼ਿਆਦਾਤਰ ਜਿਹੜਾ ਇਹਨੂੰ ਕੋਈ ਪੱਤਿਆਂ ਦੀ ਬਿਮਾਰੀ ਜਿਹੜੀ ਹੈ ਉਹ ਅਸਰ ਅੰਦਾਜ਼ ਹੁੰਦੀ ਹੈ। ਤੇ ਉਸ ਤੋਂ ਬਾਅਦ ਜਿਹੜਾ ਇਹਦਾ ਫਲ ਹੁੰਦਾ ਹੈ ਉਹਨੂੰ ਅਗਰ ਪਾਣੀ ਦੀ ਮਿਕਦਾਰ ਜ਼ਿਆਦਾ ਲੱਗ ਜੇ ਤੇ ਉਹਦਾ ਗਲਣ ਵਗੈਰਾ ਦਾ ਜਿਹੜਾ ਸਿਸਟਮ ਹੁੰਦਾ ਹੈ ਉਹ ਇਹਦੇ ਪਾਣੀ ਦੀ ਜਿਹੜੀ ਮਿਕਦਾਰ ਹੈ ਉਹ ਬੜੇ ਹਿਸਾਬ ਨਾਲ ਜਿਹੜੀ ਇਹਨੂੰ ਇਸਤੇਮਾਲ ਕਰਨੀ। ਅਸੀਂ ਤੁਹਾਡੀ ਇਹ ਤਕਨੀਕ ਦੇਖੀ ਹੈ, ਤਕਨੀਕ ਸਾਨੂੰ ਬਹੁਤ ਅੱਛੀ ਲੱਗੀ ਹੈ ਜਿਹੜੀ ਤੁਸੀਂ ਤਕਨੀਕ ਇਸਤੇਮਾਲ ਕੀਤੀ ਹੈ। ਇਸ ਵਾਸਤੇ ਮਾਸ਼ਾਅੱਲਾ ਤੁਹਾਡਾ ਖੇਤ ਬਹੁਤ ਅੱਛਾ ਔਰ ਬਹੁਤ ਅੱਛੀ ਪੈਦਾਵਾਰ ਹੈ। ਅਸੀਂ ਦੁਆ ਕਰਨਾ ਕਿ ਇਨਸ਼ਾਅੱਲਾ ਤੁਹਾਨੂੰ ਬਹੁਤ ਅੱਛੀ ਪੈਦਾਵਾਰ ਮਿਲੇ। ਤੇ ਅਮਰ ਭਾਈ ਸਾਨੂੰ ਜ਼ਰਾ ਦੱਸੋ ਕਿ ਇਹਦੇ ਹੁਣ ਤੱਕ ਤੁਹਾਡਾ ਤਕਰੀਬਨ ਇਹ ਤੇ ਕਿੰਨਾ ਖਰਚਾ ਆ ਚੁੱਕਿਆ? ਇਹਦੇ ਤੇ ਸਰ ਜਿਹੜਾ ਖੇਤ ਤੇ ਖਰਚਾ ਨਾ ਤਕਰੀਬਨ ਇਸ ਟਾਈਮ 50 ਤੋਂ 60 ਹਜ਼ਾਰ ਰੁਪਇਆ ਹਜੇ ਤੱਕ ਇਹਦੀ ਜਿਹੜੀ ਹੈ ਉਹ ਲਾਗਤ ਆ ਚੁੱਕੀ ਹੈ। ਤੇ ਫਲ ਇਹਦਾ ਤਕਰੀਬਨ ਤਿਆਰ ਹੋ ਗਿਆ, ਜਿਹੜਾ ਕੋਈ 15 ਤੋਂ 20 ਦਿਨਾਂ ਤੱਕ ਜਿਹੜਾ ਨਾ ਉਹ ਮੰਡੀ ਤੇ ਜਾਣ ਦੇ ਕਾਬਲ ਜਿਹੜਾ ਉਹ ਹੋ ਜਾਏਗਾ। ਠੀਕ ਹੈ ਜੀ। ਤੇ ਅਮਰ ਭਾਈ ਸਾਨੂੰ ਜ਼ਰਾ ਦੱਸੋ ਕਿ ਤੁਹਾਨੂੰ ਕਿੰਨੀ ਕੁ ਆਮਦਨ ਮਤਵਕੋ ਹੈ? ਤੁਸੀਂ ਕਿੰਨਾ ਕੁ ਪੈਸਾ ਤੂੰ ਕਮਾ ਸਕਦੇ ਹੋ? 50,000 ਤੁਸੀਂ ਲਗਾਇਆ ਹੈ ਤੇ ਤੁਹਾਨੂੰ ਕਿੰਨੀ ਆਮਦਨ ਔਰ ਕਿੰਨਾ ਅਰਸਾ ਤੱਕ ਤੁਹਾਨੂੰ ਫਲ ਦੇਗਾ ਤੇ ਉਹ ਦੱਸੋ। ਤੇ
टोटल मुनाफा दसो कि ਤੁਸੀਂ ਹਾਸਲ ਉਹ ਸਰ ਜੀ ਬੇਸਿਕ ਅਸਲ 'ਚ ਜਿਹੜਾ ਮਸਲਾ ਹੁੰਦਾ ਨਾ ਉਹ ਮੰਡੀ ਦੇ ਰੇਟ ਤੇ ਹੁੰਦਾ ਹੈ। ਬਾਅਦ ਉਕਾ ਜਿਹੜਾ ਉਹਦਾ ਰੇਟ ਅੱਛਾ ਮਿਲ ਜੇ ਤੇ ਫਿਰ ਪ੍ਰੋਫਿਟ ਜਿਹੜਾ ਉਹ ਅੱਛਾ ਮਿਲ ਜਾਂਦਾ ਹੈ। ਅਗਰ ਮੰਡੀ 'ਚ ਰੇਟ ਜਿਹੜਾ ਨਾ ਉਹ ਮੰਦਾ ਹੋਏ ਤੇ ਉਹ ਮਤਲਬ ਪ੍ਰੋਫਿਟ ਮੁਨਾਸਬ ਹੋ ਜਾਂਦਾ। ਲੇਕਿਨ ਇਹ ਹੈ ਕਿ ਅਗਰ 60,000 ਦੀ ਕਾਸਟ ਹੈ ਨਾ ਤੇ ਤਕਰੀਬਨ ਸਮਝ ਲਓ ਕਿ ਕੋਈ 1.5 ਲੱਖ ਰੁਪਇਆ ਜਿਹੜਾ ਨਾ ਇਨਕਮ ਜਿਹੜੀ ਹੈ ਨਾ ਉਹ ਆ ਜਾਂਦੀ ਹੈ ਜੀ ਮਾਸ਼ਾਅੱਲਾ ਜੀ। ਤੇ ਸਾਡੇ ਜਿਹੜੇ ਦੋਸਤ ਜਿਹੜੇ ਨਵੇਂ ਇਹ ਕੰਮ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿੰਦੇ ਹੋ? ਉਹਨਾਂ ਨੂੰ ਮਸ਼ਵਰਾ ਇਹੀ ਦਿਆਂਗੇ ਕਿ ਇਹਦੇ ਬਾਰੇ 'ਚ ਪਹਿਲੇ ਤੁਸੀਂ ਦੇਖ ਲਵੋ, ਇਹਨੂੰ ਪਰਖ ਲਵੋ, ਦੇਖ ਲਵੋ। ਅਗਰ ਜੇ ਤੁਹਾਨੂੰ ਖੇਤ ਹੈ ਪਸੰਦ ਆਂਦਾ ਹੈ ਤੁਸੀਂ ਦੇਖੋ, ਆ ਕੇ ਸਾਡੇ ਕੋਲ ਇਨਫੋਰਮੇਸ਼ਨ ਲਵੋ, ਸਾਡੇ ਨਾਲ ਸ਼ੇਅਰ ਕਰੋ ਤੇ ਤੁਸੀਂ ਆਪਣਾ ਖੇਤ ਤਿਆਰ ਕਰੋ। ਅਗਰ ਸਾਡੇ ਕੋਲ ਲਾਇਕ ਹੋਇਆ ਇਨਸ਼ਾਅੱਲਾ ਜ਼ਰੂਰ ਅਸੀਂ ਤਾਵਨ ਕਰਾਂਗੇ। ਬਹੁਤ ਅੱਛਾ ਜੀ। ਤੇ ਅਸੀਂ ਤੁਹਾਡੇ ਰਿਕੁਐਸਟ ਕਰਨੇ ਆ ਕਿ ਤੁਸੀਂ ਸਾਨੂੰ ਹੁਣ ਆਪਣੇ ਦੂਸਰੇ ਖੇਤ ਦੀ ਵੀ ਵਿਜ਼ਿਟ ਕਰਾਓ ਕਿ ਉੱਥੇ। ਹਾਂਜੀ ਬਿਲਕੁਲ, ਸਾਡਾ ਦੂਸਰਾ ਖੇਤ ਵੀ ਹੈ ਜੋ ਕਿ ਸਾਡੇ ਬਿਲਕੁਲ ਤੁਹਾਡੇ ਇਧਰ ਆਪੋਜ਼ਿਟ ਨਜ਼ਦੀਕ ਹੀ ਹੈ। ਅਗਰ ਤੁਸੀਂ ਉਹਦਾ ਵਿਜ਼ਿਟ ਕਰਨਾ ਚਾਹ ਰਹੇ ਹੋ ਤੇ ਭਾਈ ਉੱਥੇ ਮੌਜੂਦ ਨੇ, ਤੁਸੀਂ ਜਾਓ, ਭਾਈ ਤੁਹਾਨੂੰ ਉਹਦੇ ਮਤਲਬ ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੋਏਗੀ ਉਹ ਤੁਹਾਨੂੰ ਮਿਲ ਜਾਏਗੀ। ਅਮਰ ਭਾਈ ਬਹੁਤ ਸ਼ੁਕਰੀਆ, ਅੱਲਾਹ ਪਾਕ ਤੁਹਾਡੇ ਖੇਤ ਨੂੰ ਤੇ ਤੁਹਾਨੂੰ ਸਲਾਮਤ ਰੱਖੇ ਤੇ इंशाल्लाह ਤੁਹਾਡੇ ਕੋਲ दोबारा भी विजिट करना आवांगे। बहुत शुक्रिया, मेहरबानी। अस्सलाम वालेकुम। दोस्तों अभी मैं आपको खेत का मंजर दिखाता हूँ कि कितना फल लगा हुआ है और जो पौधे हैं वो किस हाल में है, उनकी सेहत किस तरह की है, कोई बीमारी तो नहीं लगी हुई। और इनको ये जो डंडियाँ लगाई हुई हैं ये इनकी सपोर्ट है, इसके साथ रस्सियाँ लगाई हुई हैं। ये जो सरिया है ये भी सपोर्ट के लिए है, इसमें भी रस्सी परोई हुई है साथ। तो इन डंडियों की मदद से ये फसल टनल की शक्ल में खड़ी है। तो इसमें इस तरह के तरीके में मैंने बहुत ज़्यादा इसका अच्छा फल देखा है और आप लोगों को भी मैं दिखाने की कोशिश कर रहा हूँ। तो माशाल्लाह ये जो सारा आपको खेत नज़र आ रहा है ये सारा टमाटर है। इसमें भाई ने इंट्रा क्रॉपिंग की हुई है, साथ इसमें सब्ज़ मिर्च भी लगाई हुई है। ये देखें दोस्तों किस तरह का और कितना ज़्यादा फल इसमें है। बहुत ज़्यादा ऐसा फल है जो मैं छूट ही नहीं कर सकता, क्योंकि वो जो पौधे के अंदर वाली साइड पे है वो हम इस वक्त छूट नहीं कर सकते। तो मैं आपको दिखाने की भरपूर कोशिश करता हूँ। ये आप देखें माशाल्लाह इस तरह और इस तकनीक में इतना फ़ायदा है। आप दोस्तों से हम गुजारिश करते हैं कि आप लोगों ने अगर टमाटर की फार्मिंग करनी हो तो आप ये तरीका इख्तियार करें, इसमें बहुत ज़्यादा फल है। ये देख सकते हैं। चलें दोस्तों अभी दूसरे खेत की विजिट करते हैं। जी अस्सलाम वालेकुम। क्या जी सुनाओ, ठीक हो? खरीद है से ठीक है। ते अपना की नाम जे भाई ना? आसम जिया। आसम जिया। थोड़े बड़े भाई साहब ने सानू इधर भेजा थोड़े कोल जी, ते कहंदे हन कि जाके उन्हां कोलों आसम साहब कोलों ब्रीफिंग ले लो। ਇਹ ਤੁਸੀਂ ਕਾਹਦਾ ਬੀਜ ਉਤਾਰ ਰਹੇ ਹੋ? ਸਰ ਇਹ ਗੋਭੀ ਦਾ ਬੀਜ ਹੈ। ਗੋਭੀ, ਫੁੱਲ ਗੋਭੀ ਜੀ ਸਰ। ਅੱਛਾ, ਇਹ ਕਿੱਸਾ ਤੁਸੀਂ ਇਹ ਤੋਂ ਕੀ ਤਕਨੀਕ ਆ ਤੂੰ ਲੈਣ ਦੀ, ਬੀਜ ਲੈਣ ਦੀ? ਸਰ ਇਹ ਚੋਣਵੇਂ ਫੁੱਲ ਹੁੰਦੇ ਨੇ ਵਿੱਚੋਂ, ਜਿਹੜੇ ਸਹੀ ਫੁੱਲ ਹੁੰਦੇ ਨੇ ਨਾ। ਅੱਛਾ, ਉਹਨਾਂ ਨੂੰ ਚੁਣ ਕੇ ਵਿੱਚੋਂ ਤੇ ਫਿਰ ਉਹਨਾਂ ਨੂੰ ਇੱਥੇ ਹਿਲਾਉਂਦੇ ਆ। ਅੱਛਾ, ਤੇ ਫਿਰ ਉਹ ਜਦੋਂ ਬੀਜ ਪੱਕ ਜਾਂਦਾ ਫਿਰ ਉਸ ਤੋਂ ਬਾਅਦ ਇਹਨੂੰ ਵੱਢਿਆ। ਅੱਛਾ, ਆਪਣੀ ਜਗ੍ਹਾ ਤੋਂ ਉੱਥੋਂ ਪੁੱਟ ਕੇ ਤੇ ਫਿਰ ਤੁਸੀਂ ਇੱਥੇ ਸ਼ਿਫਟ ਕਰਦੇ ਹੋ? ਜੀ ਇੱਥੇ ਸ਼ਿਫਟ ਕਰਨੇ। ਤੇ ਇਹ ਉਹ ਪੌਦੇ ਨੇ ਕਿ ਜਿਹਨਾਂ ਤੋਂ ਇੱਕ ਦਫਾ ਵੀ ਫੁੱਲ ਨਹੀਂ ਉਤਾਰਿਆ? ਜੀ ਜੀ ਨਹੀਂ। ਅੱਛਾ, ਚੋਣਵੇਂ ਫੁੱਲ ਹੁੰਦੇ ਨੇ ਜਿਹੜੇ ਸਭ ਤੋਂ ਅੱਛੇ ਫੁੱਲ ਹੁੰਦੇ ਨੇ ਨਾ, ਉਹਨਾਂ ਦਾ ਬੀਜ ਤਿਆਰ ਕੀਤਾ ਜਾਂਦਾ ਹੈ। ਅੱਛਾ, ਤੇ ਸਾਨੂੰ ਦੱਸੋ ਸਾਡੇ ਦੋਸਤਾਂ ਨੂੰ ਕਿ ਇਹ ਕੀ ਚੀਜ਼ ਆ ਲਗਾਈ ਦੀ? ਆਓ ਆਓ। ਇਹ ਸਰ ਬੰਦ ਗੋਭੀ ਲਾਈ ਦੀ ਹੈ। ਅੱਛਾ ਜੀ, ਇਹ ਬੰਦ ਗੋਭੀ ਹੈ ਜੀ। ਅੱਛਾ ਅਸਮ ਭਾਈ ਇਹਦਾ ਜ਼ਰਾ ਸਾਨੂੰ ਤਰੀਕਾ ਦੱਸੋ ਕਿ ਕੀ ਕਿਸ ਤਰ੍ਹਾਂ ਤਰੀਕਾ ਦਾ ਉਗਾਉਂਦਾ? ਇੱਥੇ ਕੋਲ ਸਰ ਇਹਦੀ ਪਨੀਰੀ ਪਹਿਲੇ ਬੀਜੀ ਜਾਂਦੀ ਹੈ। ਅੱਛਾ, ਫਿਰ ਪਨੀਰੀ ਤੋਂ ਬਾਅਦ ਫਿਰ ਇਹਨੂੰ ਇੱਕ ਇੱਕ ਬੂਟਾ ਜਿਹੜਾ ਨਾ ਇਸ ਤਰ੍ਹਾਂ ਲਗਾਇਆ ਜਾਂਦਾ। ਇਹ ਹਜੇ ਤਿਆਰ ਨਹੀਂ ਹੋਈ। ਅਸਮ ਭਾਈ ਸਾਨੂੰ ਦੱਸੋ ਜ਼ਰਾ ਕਿ ਪਨੀਰੀ ਜਿਹੜੀ ਆ ਇਹ ਤੁਸੀਂ ਕਿੰਨੀ ਦੇਰ ਇਹਨੂੰ ਕਿੰਨੀ ਦੇਰ ਬਾਅਦ ਪਨੀਰੀ ਬਣਨ ਤੋਂ ਬਾਅਦ ਇਹ ਪੌਦਾ ਸ਼ਿਫਟ ਹੁੰਦਾ ਹੈ ਜ਼ਮੀਨ 'ਚ? ਸਰ ਇਹ ਜਨਵਰੀ 'ਚ ਲੱਗਦਾ ਹੈ ਤੇ ਫਿਰ ਉਸ ਤੋਂ ਬਾਅਦ 20 ਤੋਂ 25 ਦਿਨ ਬਾਅਦ ਜਾਂ 30 ਦਿਨ ਬਾਅਦ ਫਿਰ ਇੱਥੇ ਸ਼ਿਫਟ ਹੁੰਦਾ ਹੈ। ਯਾਨੀ ਕਿ ਅਗਰ ਪਨੀਰੀ ਇਹਦੀ ਬਣਾਉਣੀ ਹੋਏ ਤੇ ਪਨੀਰੀ ਤੁਸੀਂ ਜਨਵਰੀ ਦੇ ਮਹੀਨੇ 'ਚ ਇਹਨੂੰ ਥੱਲੇ ਤੁਸੀਂ ਲਗਾਓ ਪਨੀਰੀ ਦੀ? ਜੀ ਸਰ, ਹਾਂਜੀ। ਫਿਰ ਉਹ ਕਿੰਨੇ ਦਿਨ ਦੀ ਪਨੀਰੀ ਹੋ ਜਾਏ ਤੇ ਤੁਸੀਂ ਜ਼ਮੀਨ 'ਚ ਸ਼ਿਫਟ ਕਰਨਾ? ਤਕਰੀਬਨ 20 ਤੋਂ 25 ਦਿਨ ਦੀ ਹੋਏ। 20-25 ਦਿਨ, ਜ਼ਬਰਦਸਤ ਜੀ। ਤੇ ਇਹ ਕਿੰਨਾ ਖਰਚਾ ਤਕਰੀਬਨ ਆ ਜਾਂਦਾ 1 ਏਕੜ ਤੇ? ਅਗਰ ਬੀਜ ਦਾ ਔਰ ਸਾਰੀ 1 ਏਕੜ ਦਾ ਕਿੰਨਾ ਖਰਚਾ ਆ ਜਾਂਦਾ ਤਕਰੀਬਨ? ਸਰ ਸਾਡੇ ਵਾਲੀ ਸਾਈਡ ਤੇ ਇੰਨੀ ਹੁੰਦੀ ਨਹੀਂ, ਅਗਰ ਹੋਏ ਤਾਂ ਫਿਰ ਉਹ ਇੰਨੀ ਸੇਲ ਨਹੀਂ ਹੁੰਦੀ। ਬਾਕੀ ਇਲਾਕਿਆਂ ਵਿੱਚ ਹੁੰਦੀ ਹੈ, ਮਗਰ ਅਸੀਂ ਪਹਿਲੀ ਵਾਰ ਇਹਦੀ ਜਿਹੜੀ ਇਹਨਾਂ ਕਾਸਟ ਕੀਤੀ ਹੈ, ਇਹਦੀ ਥੋੜੀ ਬਹੁਤੀ ਜਿਹੜੀ ਹੈ ਨਾ ਫਸਲ ਦੇ ਵਿੱਚ ਟਮਾਟਰਾਂ ਵਿੱਚ ਵਗੈਰਾ। ਅੱਛਾ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਨਸ਼ਾਅੱਲਾ ਇੰਟਰਕ੍ਰॉपिंग ਕੀਤੀ ਦੀ ਹੈ ਤੇ माशाल्लाह। ये दोस्तों आप देख सकते हैं कि ये एक ही खेत से भाई साहब ने 2 फसलें इसमें काश्त की हुई हैं। एक टमाटरों की फसल है और उसके बीच में बहुत ही अच्छे डिज़ाइनिंग के साथ ये बंद गोभी काश्त की हुई है। तो बहुत ही अच्छी और ख़ूबसूरत किस्म की ये फसल है, आप देख सकते हैं अपनी स्क्रीन पे।
जी तो दोस्तों, वीडियो पसंद आने की सूरत में हमारे चैनल को ज़रूर सब्सक्राइब करें, लाइक करें और दोस्तों में शेयर करें। अगर आप पहले से हमारे सब्सक्राइबर हैं तो हम दिल से आपके शुक्रगुजार हैं। तो इसके साथ ही आपसे इजाज़त चाहेंगे। इंशाल्लाह मिलते हैं जल्द ही एक खूबसूरत वीडियो के साथ। तब तक के लिए इस दुआ के साथ कि अल्लाह ताला मुझे और आपको अपने हिफ्ज़-ओ-मान में रखे। खुदा हाफिज़। अस्सलाम वालेकुम।